ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦਿ ਸਚ ਜੁਗਾਦਿ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ। ਆਏ ਪ੍ਰਭ ਸ਼ਰਨਾਗਤੀ ਕਿਰਪਾ ਨਿਧ ਦਇਆ। ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ। ਉੱਚਾ ਅਗਮ ਅਪਾਰ ਪ੍ਰਭ ਕਥਨੋ ਨਾ ਜਾਏ ਅਕਥ। ਨਾਨਕ ਪ੍ਰਭ ਸ਼ਰਨਾਗਤੀ ਰਾਖਨ ਕਉ ਸਮਰੱਥ। ਤੁਧ ਆਗੇ ਅਰਦਾਸ ਹਮਾਰੀ ਜੀਉ ਪਿੰਡ ਸਭ ਤੇਰਾ। ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੈ ਮੇਰਾ। ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੈ ਮੇਰਾ। ਪਰਮ ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਅਪਾਰ ਰਹਿਮਤ ਕਿਰਪਾ ਹੋਈ ਹੈ। ਖੁਸ਼ੀਆਂ ਦਾ ਸੁਭਾਗ ਸ਼ਮਾ ਅੰਮ੍ਰਿਤ ਵੇਲੇ ਦੀ ਅਮੋਲਕ ਦਾਤ, ਸੰਗਤਾਂ ਦੇ ਦਰਸ਼ਨ ਮੇਲੇ, ਸਤ ਸੰਗਤ ਦੇ ਮਹਾਨ ਕੁੰਭ, ਦਾਤੇ ਦੀ ਮਿਹਰ ਦਾ ਸਦਕਾ ਪ੍ਰਾਪਤ ਹੋਏ। ਲੜੀਵਾਰ ਕਥਾ ਵਿਚਾਰ ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਹੈ। ਜਿੰਨੇ ਵੀ ਸਰੀਰ ਸਮੇਂ ਦਾ ਲਾਹਾ ਲੈ ਰਹੇ ਹੋ ਸਭ ਧੰਨਤਾ ਦੇ ਯੋਗ। ਸ਼ੁਕਰ ਹੈ ਮਾਲਕ ਦਾ, ਸੇਵਾ ਦਾ ਸਮਾਂ ਦਿੱਤਾ ਹੈ। ਸਵਾਉ ਗੁਰ ਸਿੱਖ ਪਿਆਰਿਓ, ਲੜੀਵਾਰ ਕਥਾ ਉਹਦੀ ਕਿਰਪਾ ਦੇ ਨਾਲ ਸੁਣੀਏ, ਸੁਣਾਈਏ ਤੇ ਮਹਾਰਾਜ ਦੇ ਉਪਦੇਸ਼ ਨੂੰ ਕਮਾਉਣ ਦਾ ਵੀ ਯਤਨ ਕਰੀਏ। ਦਵਾਈ ਲੈਣ ਦਾ ਤਾਂ ਹੀ ਫਾਇਦਾ ਹੈ ਜੇ ਉਹਨੂੰ ਖਾਵਾਂਗੇ। ਇਹ ਫਿਰ ਜਿੰਨੀ ਮਰਜ਼ੀ ਮਹਿੰਗੀ ਦਵਾਈ ਲਿਆਓ, ਦਵਾਈ ਨੇ ਅਸਰ ਨਹੀਂ ਕਰਨਾ ਜਿੰਨਾ ਟਾਈਮ ਉਹ ਅੰਦਰ ਨਹੀਂ ਜਾਊ। ਦਵਾਈ ਲੈਣ ਸਾਰੇ ਆਉਣੇ ਆਪਾਂ, ਬੜੀ ਦੁਨੀਆ ਫਿਰਦੇ ਆ ਜੀ, ਹਰ ਇੱਕ ਦਵਾਈ ਲੈਂਦਾ ਫਿਰਦਾ। ਅੰਦਰ ਦੇ ਰੋਗ ਨੇ ਸਾਡੇ, ਇੱਕ ਸਰੀਰਕ ਰੋਗ ਨੇ, ਇੱਕ ਮਨ ਦੇ ਰੋਗ ਨੇ, ਇੱਕ ਸਾਡੀ ਬੁੱਧੀ ਦੇ ਰੋਗ ਨੇ। ਹੁਣ ਅਸੀਂ ਕਿਹੜੇ ਰੋਗਾਂ ਦੇ ਵਿੱਚ ਆਉਂਦੇ ਹੈਗੇ? ਕੋਈ ਤਨ ਦੁਖੀ, ਕੋਈ ਮਨ ਦੁਖੀ, ਕੋਈ ਚਿੰਤਾ ਚਿੱਤ ਉਦਾਸ, ਥੋੜੇ ਥੋੜੇ ਸਭ ਦੁਖੀ, ਇੱਕ ਸੁਖੀ ਹਰੀ ਕੇ
10 ਰੱਬ ਨਾਲ ਪ੍ਰੀਤ ਪਾਉਣੀ ਹੀ ਅਰੋਗ ਹੋਣਾ। ਮੈਂ ਨਹੀਂ ਕਹਿ ਰਿਹਾ, ਵਾਰੀ ਕਹਿੰਦੀ ਹੈ, ਸਾਰੀ ਆਪਾਂ ਵਿੱਚੇ ਹਾਂ ਕਿ ਜੋ ਜੋ ਦਿਸੈ ਸੋ ਸੋ ਰੋਗੀ। ਜਿਹੜਾ ਵੀ ਦਿਖ ਰਿਹਾ ਨਾ, ਜਿੰਨੀ ਵੀ ਦੁਨੀਆ, ਹਰ ਇੱਕ ਰੋਗੀ ਆ। ਫਿਰ ਇੱਥੇ ਐਸਾ ਹੈ ਜਿਹਨੂੰ ਕੋਈ ਰੋਗ ਨਾ ਹੋਵੇ। ਲੱਖ ਬੰਦੇ ਦੇ ਵਿੱਚੋਂ 20-25 ਹਜ਼ਾਰ ਐਸਾ ਬੰਦਾ ਲੱਭ ਜੂਗਾ ਜਿਹਨੂੰ ਕੋਈ ਦੇਹ ਦਾ ਰੋਗ ਨਹੀਂ ਹੋਊਗਾ, ਕੋਈ ਬਿਮਾਰੀ ਕਹਿ ਲਈਏ ਆਪਾਂ ਨਹੀਂ। ਹਰ ਇੱਕ ਦੇ ਕੁਛ ਨਾ ਕੁਛ ਹੁੰਦੀ ਰਹਿੰਦਾ। ਉਹਦੇ ਵਿੱਚੋਂ ਫਿਰ ਵੀ 20-25 ਹਜ਼ਾਰ ਬੰਦਾ ਲੱਭ ਜਾਣਾ ਲੱਖ ਚੋਂ। ਫਿਰ 1 ਕਰੋੜ ਬੰਦੇ ਦੇ ਵਿੱਚੋਂ 1 ਕਰੋੜ ਚੋਂ ਇੱਕ ਅੱਧਾ ਲੱਭਣਾ ਮੁਸ਼ਕਿਲ ਆ ਜਿਹਨੂੰ ਮਨ ਦਾ ਰੋਗ ਨਾ ਹੋਵੇ। ਜਿਹੜਾ ਮਨ ਦਾ ਰੋਗੀ ਨਾ ਹੋਵੇ, ਮਾਨਸਿਕ ਤੌਰ 'ਤੇ ਬਿਮਾਰ ਆ ਸਾਰੇ। ਇਹ ਬਾਣੀ ਸਾਡੀ ਮਹਾਰਾਜ ਨੇ ਜੋ ਬਖਸ਼ਿਸ਼ ਕੀਤੀ ਹੈ, ਮਨ ਦੇ, ਤਨ ਦੇ, ਬੁੱਧੀ ਦੇ ਰੋਗ ਜਿਹੜੇ ਨੇ, ਦੁੱਖ ਤਕਲੀਫਾਂ ਜਿਹੜੀਆਂ ਨੇ ਦੂਰ ਕਰਦੀ ਆ। ਉਹ ਕਹਿੰਦੇ ਫਿਰ ਐਸਾ ਹੈ ਜਿਹੜਾ ਕੋਈ ਜਿਹਨੂੰ ਕੋਈ ਰੋਗ ਨਾ ਹੋਵੇ। ਮਹਾਰਾਜ ਕਹਿੰਦੇ ਆ ਰੋਗ ਰਹਿਤ ਮੇਰਾ ਸਤਿਗੁਰ ਜੋਗੀ। ਉਹਨੂੰ ਕੋਈ ਰੋਗ ਨਹੀਂ। ਇੱਕ ਤਾਂ ਗੁਰੂ, ਪੂਰੇ ਸਤਿਗੁਰੂ, ਸਤਿਗੁਰਾਂ ਨੂੰ ਕੋਈ ਰੋਗ ਨਹੀਂ। ਇੱਕ ਜੋਗੀ, ਜੋਗ ਹੁੰਦਾ ਜੁੜਨਾ, ਜੋਗੀ ਹੁੰਦਾ ਜੁੜਿਆ ਹੋਇਆ। ਜਿਹੜਾ ਜੁੜ ਗਿਆ ਨਾ ਪਰਮੇਸ਼ਰ ਨਾਲ, ਉਹਨੂੰ ਕੋਈ ਰੋਗ ਨਹੀਂ। ਜਿਹਨੇ ਦਵਾਈ ਲੈ ਲਈ, ਡਾਕਟਰ ਦਵਾਈ ਦਿੰਦਾ, ਨਾਲ ਪਰਹੇਜ਼ ਵੀ ਦੱਸਦਾ ਨਾ ਜੀ ਕਿ ਆਹ ਦਵਾਈ ਹੈ, ਇੱਦਾਂ ਇੱਦਾਂ ਇਹ ਖੁਰਾਕ ਲੈਣੀ ਹੈ, ਆਹ ਨਿਯਮ ਨੇ, ਅਤੇ ਆਹ ਗੱਲਾਂ ਤੋਂ, ਆਹ ਚੀਜ਼ਾਂ ਤੋਂ ਪਰਹੇਜ਼ ਰੱਖੀ ਡਾਕਟਰ, ਫਿਰ ਦਵਾਈ ਅਸਰ ਕਰੂਗੀ। ਜੇ ਹੁਣ ਖੰਘ ਜ਼ੁਕਾਮ ਹੋਇਆ ਵਾ, ਠੰਡਾ ਪਾਣੀ ਵੀ ਪੀ ਗਏ, ਪਕੌੜੇ ਵੀ ਛਕ ਲਏ 10-20 ਰੁਪਈਆਂ ਦੇ, ਫਿਰ ਹਜ਼ਾਰਾਂ ਰੁਪਈਆਂ ਦੀ ਦਵਾਈ ਨਹੀਂ ਕੰਮ ਕਰਦੀ। ਇਸੇ ਤਰ੍ਹਾਂ ਦਵਾਈ ਲੈਣ ਆਉਂਦੇ ਆ ਮਹਾਰਾਜ ਤੋਂ। ਸਰਵ ਰੋਗਾ ਔਖਦ ਨਾਮ, ਵਿਚਾਰ ਗੁਰਬਾਣੀ, ਇਹ ਦਵਾਈ ਹੈ। ਅਤੇ ਨਾਲ ਦੀ ਨਾਲ ਗੁਰੂ ਸਾਹਿਬ ਜੀ ਪਰਹੇਜ਼ ਵੀ ਦੱਸਦੇ ਨੇ ਕਿ ਆਹ ਚੀਜ਼ਾਂ ਤੋਂ ਬੰਦਿਆ ਦੂਰ ਰਹਿਣਾ। ਬਾਣੀ ਕਹਿੰਦੀ ਹੈ ਜੀ, ਐਸਾ ਦਾਰੂ ਖਾਏ ਗਵਾਰ, ਜਿਤ ਖਾਧੈ ਤੇਰੇ ਜਾਏ ਬੇਕਾਰ। ਵਿਕਾਰਾਂ ਨਾਲ, ਮਾੜੇ ਕਰਮਾਂ ਨਾਲ, ਔਗਣਾ ਕਰਕੇ, ਮਾਨਸਿਕ ਰੋਗਾਂ ਕਰਕੇ ਅਸੀਂ ਦੁਖੀ ਹਾਂ, ਬੇਕਾਰ ਨੇ। ਫਿਰ ਐਸੀ ਦਵਾਈ ਖਾ ਜਿਹਦੇ ਖਾਣ ਨਾਲ ਤੇਰੀ ਮਾੜੀ ਸੋਚ ਵਿਚਾਰ ਜਿਹੜੀ ਆ ਦੂਰ ਹੋ ਜਾਏ। ਤੇ ਗੁਰਮੁਖ ਪਿਆਰਿਓ, ਲੜੀਵਾਰ ਕਥਾ ਵਿਚਾਰਨ ਦਾ ਤਾਂ ਹੀ ਫਾਇਦਾ ਹੈ ਜੇ ਜੀਵਨ ਚੇਂਜ ਹੋਵੇ। ਕੱਲ੍ਹ ਜੋ ਵਿਚਾਰਿਆ ਸੀਗਾ ਕਿ ਕਰਮ ਕਰੋ ਧਾਰਮਿਕ, ਬਿਨਾਂ ਕਿਸੇ ਕਾਮਨਾ ਦੇ। ਕੋਈ ਕਾਮਨਾ ਨਾ ਹੋਵੇ। ਕਾਮਨਾ ਹੋਊਗੀ ਦੁਬਾਰਾ ਸਰੀਰ ਮਿਲੂ, 84 ਲੱਖ ਸ਼ੁਰੂ ਹੋ ਜਾਣੀਆਂ। ਕਾਮਨਾਵਾਂ ਖਤਮ, ਬੰਦਾ ਜੀਵਨ ਮੁਕਤ ਹੋ ਜਾਊਗਾ, ਰੱਬ ਨਾਲ ਜੁੜ ਜਾਣਾ। ਉਹਦਾ ਜਿਉਂਦਾ ਜੀ ਹੀ ਪ੍ਰਵਾਨ ਹੈ। ਨਹੀਂ ਫਿਰ ਜਿਹੜੇ ਹੋਰ ਕਰਮ ਧਰਮ ਪਾਖੰਡ, ਜੋ ਦੀਸੈ ਤਿਨ ਜਮ ਜਾਗਾਤੀ ਲੂਟੈ, ਨਿਰਵਾਣ ਕੀਰਤਨ ਗਾਵੋ ਕਰਤੇ ਕਾ, ਨਿਮਕ ਸਿਮਰਤ ਜਿਤ ਛੂਟੈ। ਉਹਦਾ ਨਿਰਵਾਣ ਕੀਰਤਨ ਗਾਉਣਾ, ਕਰਨਾ, ਜੀਵਨ 'ਚ ਅਪਲਾਈ ਕਰਨੀ ਆ ਮਹਾਰਾਜ ਦੀ ਬਾਣੀ ਦੀ ਵਿਚਾਰ। ਅਤੇ ਅੱਗੇ ਸਤਿਗੁਰੂ ਸਮਝਾਉਂਦੇ ਆ, ਮਿਲਿਆ ਕਾ ਕਿਆ ਮੇਲੀ ਹੈ, ਸ਼ਬਦ ਮਿਲੇ ਪਤਿਆਏ। ਮਹਾਰਾਜ ਅੱਗੇ ਬੇਨਤੀ ਕਰੀ ਕਿ ਜੋ ਤੁਹਾਡੇ ਨਾਲ ਮਿਲੇ ਹੋਏ ਆ, ਉਹਨਾਂ ਦਾ ਹੋਰ ਕੀ ਮਿਲਣਾ। ਭਾਵ ਮਿਲਿਆ ਕਾ ਕਿਆ ਮੇਲੀ ਹੈ, ਜਿਹੜਾ ਮਿਲ ਗਿਆ ਉਹਨੂੰ ਕੀ ਮਿਲਾਂਗੇ ਆਪਾਂ।
ਫਿਰ ਵਿਛੜਿਆਂ ਦਾ ਕੀ ਮੇਲ ਆ? ਜਿਹੜੇ ਮਿਲੇ ਹੋਏ ਨੇ ਉਹਨਾਂ ਦਾ ਹੋਰ ਕੀ ਮਿਲਣਾ? ਐ ਗਰੀਬ ਨਵਾਜ਼ ਸੱਚੇ ਪਾਤਸ਼ਾਹ ਸਾਨੂੰ ਮਿਲਣਾ ਕਰੋ ਜੋ ਆਪ ਜੀ ਤੋਂ ਵਿਛੜੇ ਹੋਏ ਨੇ, ਜੋ ਪਰਮਾਤਮਾ ਨਾਲ ਮਿਲੇ ਹੋਏ ਨੇ, ਉਹਨਾਂ ਨਾਲ ਕੀ ਕਰਨਾ ਚਾਹੀਦਾ। ਭਾਵ ਜੋ ਵਿਛੜ ਗਏ ਜਾਂ ਫਿਰ ਜੋ ਮਿਲੇ ਹੋਏ ਨੇ ਉਹਨਾਂ ਨਾਲ ਕੀ ਕਰਨਾ? ਕਹਿੰਦੇ ਫਿਰ ਆਪਣੇ ਚਿੱਤ ਨੂੰ ਉਹਨਾਂ ਨਾਲ ਮੇਲ ਲਈਏ, ਸਤਸੰਗੀ ਬਣੀਏ, ਉਹੋ ਜਿਹਾ ਜੀਵਨ ਬਣਾਈਏ ਜੋ ਸਤਿਗੁਰਾਂ ਨਾਲ ਮਿਲ ਕੇ ਕਦੇ ਵਿਛੜਦੇ ਨਹੀਂ। ਉਹਨਾਂ ਨਾਲ ਆਪਣੇ ਆਪ ਨੂੰ ਮੇਲ ਲਈਏ ਤੇ ਬੇਨਤੀ ਕਰੀਏ ਕਿ ਐ ਪਰਮਾਤਮਾ ਨਾਲ ਤੁਸੀਂ ਮਿਲੇ ਹੋਏ ਹੋ, ਰੱਬ ਨਾਲ ਕਿਵੇਂ ਮਿਲੀਦਾ? ਬਾਪੂ ਰੋਜ਼ ਇਹੀ ਸਮਝਾਉਂਦਾ ਹੈ ਕਿ ਕੋਈ ਜਨ ਹਰਿ ਸਿਉ ਦੇਵੈ ਜੋਰ। ਕੋਈ ਐਸਾ ਮਿਲੇ ਜਿਹੜਾ ਸਾਨੂੰ ਰੱਬ ਨਾਲ ਜੋੜ ਦੇ, ਜਿਹੜਾ ਰੱਬ ਨਾਲ ਸਨੇਹ ਬਣਾ ਦੇ। ਜੋ ਦਿਸੈ ਗੁਰ ਸਿੱਖੜਾ ਤਿਸੈ ਨਿਵ ਨਿਵ ਲਾਗੈ ਪਾਏ। ਜਿਹੜਾ ਗੁਰੂ ਦਾ ਸਿੱਖ ਹੈ, ਜਿਹੜਾ ਮਿਲਿਆ ਹੋਇਆ, ਉਹਦੇ ਚਰਨਾਂ ਦੀ ਮੈਂ ਧੂੜ ਬਣ ਜਾ, ਉਹਦੇ ਚਰਨਾਂ 'ਚ ਢਹਿ ਪਵਾਂ। ਉਹ ਕਹਿੰਦੇ ਰੱਬ ਨਾਲ ਕਿਵੇਂ ਮਿਲੀਦਾ? ਤਾਂ ਦੱਸਦੇ ਨੇ ਕਿ ਪਰਮਾਤਮਾ ਨਾਲ ਮਿਲਣ ਲਈ ਸ਼ਬਦ ਨਾਲ ਮਿਲੀ ਨਾ, ਪਹਿਲਾਂ ਸ਼ਬਦ ਦੇ ਵਿੱਚ ਆ ਭੇਦ ਹੋਣਾ ਪੈਣਾ। ਜੋ ਸ਼ਬਦ ਨਾਲ ਮਿਲਦੇ ਨੇ ਫਿਰ ਉਹਨਾਂ ਤੇ ਗੁਰੂ ਸਾਹਿਬ ਜੀ ਪਤਿਆਏ ਕਹੀਏ ਅਜਮਾਇਸ਼ ਕਰਕੇ ਭਾਵ ਕਸਵੱਟੀ ਲਾ ਕੇ ਵਹਿੰਦੇ ਆ ਕਿ ਇਹ ਸ਼ਬਦ ਨਾਲ ਮਿਲੇ ਹਨ ਜਾਂ ਵਿਛੜੇ ਨੇ। ਆ ਬਾਣੀ ਪੜ੍ਹਨੀ, ਕਥਾ ਕਰਨੀ, ਹਾਂਜੀ ਕੀਰਤਨ ਕਰਨਾ, ਸੇਵਾ ਕਰਨੀ, ਇਹ ਬਾਹਰ ਦੀਆਂ ਗੱਲਾਂ ਨੇ। ਅਸਲ ਦੇ ਵਿੱਚ ਅਸੀਂ ਮਹਾਰਾਜ ਤੋਂ ਰੋਜ਼ ਆਪਣਾ ਚੈੱਕਅਪ ਕਰਾਉਣਾ। ਲੋਕਾਂ ਤੋਂ ਨਹੀਂ ਪੁੱਛਣਾ ਕਿ ਮੇਰੀ ਕਥਾ ਵਧੀਆ, ਮੈਂ ਬਾਣੀ ਵਧੀਆ ਪੜ੍ਹਦਾ, ਕੀਰਤਨ ਮੇਰਾ ਵਧੀਆ ਲੱਗਿਆ, ਮੇਰੀ ਸੇਵਾ ਵਧੀਆ। ਦਿਖਾਵਾ ਇਹਨੇ ਵੀ ਨਾ ਕਰੀਏ, ਪ੍ਰੇਮ ਹੈ ਜੀ ਕਰਨਾ ਪੈਣਾ, ਇਸ਼ਟ ਹੈ ਸਾਡਾ। ਲੋਕਾਂ ਤੋਂ ਪੁੱਛਣ ਦੀ ਬਜਾਏ ਮਹਾਰਾਜ ਤੋਂ ਪੁੱਛੋ। ਲੋਕਾਂ ਤੋਂ ਪੁੱਛਣ ਦੀ ਬਜਾਏ ਗੁਰੂ ਸਾਹਿਬ ਤੋਂ ਪੁੱਛੋ, ਸੱਚੇ ਪਾਤਸ਼ਾਹ ਮੇਰੀ ਕਰੀ ਹੋਈ ਸੇਵਾ 'ਚ ਰਹੀਆਂ ਕਮੀਆਂ ਦੀ ਮੈਨੂੰ ਖਿਮਾ ਕਰੋ, ਅੱਗੇ ਤੋਂ ਸੁੱਧ ਸਪਸ਼ਟ ਸੇਵਾ ਕਰਨ ਦਾ ਬਲ ਬਖਸ਼ੋ। ਠੀਕ ਹੈ ਮੇਰੀ ਸੇਵਾ। ਭਾਵ ਗੁਰੂ ਸਾਹਿਬ ਜੀ ਕਸਵੱਟੀ ਲਾਉਂਦੇ ਨੇ, ਪੇਪਰ ਪਾਉਂਦੇ ਨੇ ਕਿ ਸਿੱਖ ਦਿਖਾਵਾ ਤਾਂ ਨਹੀਂ ਕਰਦਾ ਜਾਂ ਸੱਚਮੁੱਚ ਜੁੜਿਆ ਅੰਦਰ। ਕਹਿੰਦੇ ਸ਼ਬਦ ਮਿਲੇ ਪਤੀ ਆਏ, ਉਹ ਫਿਰ ਅਜਮਾਇਸ਼ ਹੁੰਦੀ ਆ, ਕਸਵੱਟੀ ਲੱਗਦੀ ਆ ਉਹਦੀ। ਜੋ ਸ਼ਬਦ ਨਾਲ ਮਿਲੇ ਨੇ ਫਿਰ ਉਹਨਾਂ ਨੂੰ ਸਤਿਗੁਰੂ ਜੀ ਨਿਸ਼ਚਾ ਕਰ ਦਿੰਦੇ ਨੇ ਕਿ ਪਰਮਾਤਮਾ ਸਾਡਾ ਆਪਣਾ ਹੀ ਸਰੂਪ ਆ, ਗਿਆਨ ਹੋ ਜੂ। ਕੱਲ੍ਹ ਵੀ ਵਿਚਾਰਿਆ ਸੀ, ਕਾਇਨਾਤ ਦੀ ਹਰ ਇੱਕ ਚੀਜ਼ ਸ਼ੈ ਦੇ ਨਾਲ ਸਾਡਾ ਪਿਆਰ ਪੈ ਜਾਣਾ, ਦੁਨੀਆ 'ਚ ਰਹਿਣਾ ਆ ਜੂ। ਵਿਚਰਨਾ ਕਿਵੇਂ ਆ? ਸਕੂਨ ਜੀਵਨ ਦਾ। ਤੁਰੀਏ ਨਾ ਤੁਰੀਏ, ਅਸੀਂ ਜਾਈਏ ਇੱਧਰ ਜਿੱਥੇ ਵੀ ਮਰਜ਼ੀ, ਰਿਸ਼ਤੇਦਾਰੀ, ਦੋਸਤ ਮਿੱਤਰ, ਪਿੰਡ 'ਚ, ਦੂਰ ਨੇੜੇ, ਕਿਤੇ ਵੀ ਜਾਓ, ਮਨ ਦੇ ਵਿੱਚ ਕਿਸੇ ਗੱਲ ਦਾ ਭੈ ਨਾ ਹੋਵੇ, ਕੋਈ ਡਰ ਨਾ ਹੋਵੇ ਕਿਸੇ ਵੀ ਤਰ੍ਹਾਂ ਦਾ। ਇਹ ਨਾ ਹੋਵੇ ਕੋਈ ਮੈਨੂੰ ਬੋਲ ਨਾ ਮਾਰ ਦੇ ਕਿਸੇ ਕੰਮ ਦੇ ਪ੍ਰਤੀ, ਭਾਵ ਗਲਤੀ ਕੋਈ ਹੋਈ, ਵਿਆਹ ਨਾ ਹੋ ਜਾਏ, ਕਿਸੇ ਨੂੰ ਪਤਾ ਨਾ ਲੱਗ ਜਾਏ। ਬੰਦਾ ਸਕੂਨ 'ਚ ਆਨੰਦ ਦੇ ਨਾਲ ਜੀਵਨ ਲੈ ਤੁਰੇ, ਜਿੱਥੇ ਵੀ ਜਾਈਏ
ਇਹੋ ਜਿਹਾ ਕਿਰਦਾਰ ਜੀਵਨ ਹੋਵੇ ਬੰਦਾ ਖੁਦ ਬੁਲਾਵੇ, ਖੁਸ਼ ਹੋ ਜੇ ਬੰਦਾ ਦੂਜਾ ਮਿਲ ਕੇ ਦੇਖ ਕੇ, ਇਹ ਨਹੀਂ ਵੀ ਮੂੰਹ ਪਰਾਂ ਹੋ ਜਾਏ। ਉੱਥੇ ਫਿਰ ਸਮਝ ਆ ਜਾਣਾ ਹੈ ਪਰਮਾਤਮਾ ਸਾਡਾ ਆਪਣਾ ਹੀ ਸਰੂਪ ਹੈ। ਤੇ ਮਹਾਰਾਜ ਕਹਿੰਦੇ ਆ ਮਨਮੁਖ ਸੋਝੀ ਨਾ ਪਵੈ ਵਿਛੜ ਚੋਟਾਂ ਖਾਏ। ਜੋ ਮਨਮੁਖ ਲੋਕ ਨੇ ਉਹਨਾਂ ਨੂੰ ਵਾਹਿਗੁਰੂ ਦੀ ਸੋਝੀ ਕਹੀਏ ਗਿਆਤ ਸਮਝ ਨਹੀਂ ਪੈਂਦੀ। ਰੱਬ ਹੈ ਕੀ? ਵੇਖੋ ਮੈਂ ਨਹੀਂ ਵੇਖਿਆ ਰੱਬ ਕਿਹੋ ਜਿਹਾ, ਤੁਹਾਡੇ 'ਚ ਉਹਨੇ ਦੇਖਿਆ ਕਿਸੇ ਨੇ ਵੀ ਰੱਬ ਕਿਹੋ ਜਿਹਾ। ਬਸ ਇੱਕ ਸਮਝਣ ਦਾ ਨੁਕਤਾ ਕਿ ਰੱਬ ਦੀ ਹੋਂਦ ਹੀ ਸਾਡੀ ਹੋਂਦ ਆ। ਵਾਹਿਗੁਰੂ ਕੀ ਆ? ਜਿਹੜਾ ਅਸੀਂ ਰੋਜ਼ ਕਹਿੰਦੇ ਵੀ ਵਾਹਿਗੁਰੂ ਵਾਹਿਗੁਰੂ ਜਪਿਆ ਕਰੋ, ਬਈ ਰੱਬ ਰੱਬ ਕਰਿਆ ਕਰੋ, ਨਾਮ ਜਪਿਆ ਕਰੋ, ਹੈ ਕੀ? ਉਹਦੀ ਹੋਂਦ ਹੀ ਮੇਰੀ ਹੋਂਦ ਆ, ਸਾਡੀ ਹੋਂਦ ਆ। ਜਿਸ ਦਿਨ ਉਹਦੀ ਹੋਂਦ ਸਾਡੇ ਅੰਦਰ ਨਾ ਹੋਈ, ਮਿੱਟੀ ਦੀ ਢੇਰੀਆਂ। ਜਿਹੜੇ ਮਨਮੁਖ ਨੇ ਉਹਨਾਂ ਨੂੰ ਸਮਝ ਨਹੀਂ ਪੈਂਦੀ, ਐਵੇਂ ਮੱਥੇ ਤਿਉੜੀ ਅੰਦਰ ਘੁਰੜੀ ਜਾਣਗੇ। ਮੈਂ ਨਹੀਂ ਕਹਿੰਦਾ, ਮਹਾਰਾਜ ਤੋਂ ਸੁਣੋ। ਉਹ ਕਹਿੰਦੇ ਬਿਨ ਸਿਮਰਨਾ ਜੋ ਜੀਵਨ ਬਲਣਾ। ਜੇ ਤਾਂ ਅੰਦਰ ਹੈ ਸਿਮਰਨ, ਬੰਦਗੀ, ਭਜਨ, ਤਾਂ ਬੰਦਾ ਸੁੱਧ ਸਰੂਪ ਜੀਵਨ ਆ। ਨਹੀਂ ਫਿਰ ਬਿਨ ਸਿਮਰਨ ਜੋ ਜੀਵਨ ਬਲਣਾ। ਕਹਿੰਦੇ ਬਿਨਾਂ ਸਿਮਰਨ ਤੋਂ ਜਿੰਨਾ ਵੀ ਬਲ ਹੈ ਨਾ, ਤਾਕਤ ਸਾਡੀ ਅੰਦਰ ਜਾਂ ਬਾਹਰ ਦੀ ਜੀਵਨ, ਅਹੁਦੇ, ਪਦਵੀਆਂ ਜਿੰਨੀਆਂ ਵੀ ਨੇ, ਬਲਣਾ। ਉਹ ਕਹਿੰਦੇ ਸਰਪ ਜੈਸੇ ਰਜਾਰੀ। ਉਸ ਬੰਦੇ ਦਾ ਜੀਵਨ ਜਿਹੜਾ ਸੱਪ ਵਾਂਗ ਆ। ਸੱਪ ਹੁੰਦਾ ਤਾਂ ਲੰਮੀ ਉਮਰ ਵਾਲਾ, ਬੜੀ ਲੰਮੀ ਉਮਰ ਹੁੰਦੀ ਹੈ ਉਹਦੀ ਸੱਪ ਦੀ, ਪਰ ਉਹ ਆਪਣੀ ਜ਼ਹਿਰ ਦੇ ਵਿੱਚ ਆਪ ਹੀ ਮੱਚੀ ਜਾਂਦਾ ਹੈ। ਕਈ ਬੰਦਿਆਂ ਨੂੰ ਮਚਾਉਣ ਦੀ ਲੋੜ ਨਹੀਂ ਪੈਂਦੀ, ਉਹ ਆਪਣੀ ਅੱਗ 'ਚ ਆਪ ਹੀ ਮੱਚੀ ਜਾਂਦਾ ਹੈ। ਗੁਰਬਾਣੀ ਪੜ੍ਹਾਂਗੇ ਨਾ ਪਤਾ ਲੱਗ ਜੂਗਾ ਕਿਵੇਂ ਮੱਚਦੇ ਹਾਂ ਆਪਾਂ ਸਾਰੀ। ਮੈਂ ਵੀ ਵਿੱਚੇ ਹਾਂ। ਅੰਦਰ ਅੱਗ ਕਿਵੇਂ ਆ, ਕੀ ਲੱਗੀ ਹੋਈ ਆ, ਕਾਹਦੀ ਅੱਗ ਆ? ਥੋੜ੍ਹੀ ਬਹੁਤੀ ਅੱਗ ਨਹੀਂ। ਆ ਬਾਹਰ ਦਾ ਤਾਂ ਸੇਕ ਕੁਛ ਹੋਰ ਆ, ਅੰਦਰ ਜਿਹੜਾ ਸੇਕ ਆ ਨਾ, ਅੰਦਰ ਜਿਹੜੀ ਅੱਗ ਆ, ਉਹ ਤਾਂ ਹੱਦਾਂ ਬੰਨੇ ਟੱਪੀ ਹੋਈ ਆ। ਸੁਣ ਲਓ, ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ। ਹੰਸ ਦੀ ਅੱਗ ਭਾਵ ਕਾਮ ਦੀ ਅੱਗ, ਕ੍ਰੋਧ ਦੀ ਅੱਗ, ਹੰਕਾਰ ਦੀ ਅੱਗ, ਲੋਭ ਦੀ ਅੱਗ, ਹਿੰਸਾ, ਇੱਕ ਦੂਜੇ ਦਾ ਗਲ ਵੱਢਣਾ, ਇਹ ਵੀ ਅੱਗ ਆ। ਚਾਰੇ ਨਦੀਆਂ ਅੱਗ। ਇਹ ਚਾਰ ਦੀਆਂ ਭਿਆਨਕ, ਚਾਰ ਅੱਗ ਦੀਆਂ ਭਿਆਨਕ ਨਦੀਆਂ ਨੇ। ਪਵੈ ਦੱਜੈ ਨਾਨਕਾ, ਜਿਹੜਾ ਇਹਨਾਂ ਦੀ ਲਪੇਟ 'ਚ ਆ ਜਾਂਦਾ ਹੈ ਉਹ ਮੱਚ ਜਾਂਦਾ ਜੀ। ਤੇ ਤਰੀਆ ਕਰਮੀ ਲੱਗ, ਜਿਹੜਾ ਗੁਰੂ ਚਰਨਾਂ 'ਚ ਜੁੜ ਗਿਆ, ਕਰਮ ਨਿਰਮਲ ਬਣਾ ਲਏ, ਉਹ ਇਹਨਾਂ ਨੂੰ ਤਰ ਜਾਂਦਾ ਹੈ। ਹੁਣ ਅੱਗ ਦੀ ਨਦੀ ਕਿਹੜਾ ਤਰ ਲੂ? ਭਾਵ ਕਿ ਨਾਮ ਜਪਣ ਵਾਲਾ, ਅੰਦਰੋਂ ਜੁੜਨ ਵਾਲਾ ਬੰਦਾ ਜਿਹੜਾ ਹੈ, ਉਹ ਆ ਨਦੀਆਂ ਨੂੰ ਠੰਡੀਆਂ ਕਰ ਲੈਂਦਾ। ਆਪਣੇ ਪਰਿਵਾਰ ਪ੍ਰਤੀ ਵਫਾਦਾਰ ਰਹਿੰਦਾ। ਸਿਆਣੇ ਉਹ ਸਮਝ ਲਿਓ, ਜਿੰਨਾ ਕਰ ਰੱਬ ਨੇ ਦੇਤਾ ਬਹੁਤ ਆ, ਪਰਾਇਆ ਹੱਕ ਨਹੀਂ ਖੋਊਗਾ। ਨਹੀਂ ਫਿਰ ਖੋ ਬਸਤ ਪਰਾਈ ਕੋਠ ਰੋਵੇ, ਕਰਮ ਧਰਮ ਸਗਲਾ ਹੀ ਖੋਗਾ। ਇੰਨਾ ਮਹਾਰਾਜ ਰੋਜ਼ ਸਮਝਾਉਂਦੇ ਆ, ਇੰਨਾ ਟੀਵੀਆਂ 'ਚ ਮੋਬਾਇਲਾਂ 'ਚ ਬਾਣੀ ਚੱਲਦੀ ਆ, ਕਥਾ ਹੁੰਦੀ ਆ, ਗਿਆਨ ਵੰਡੀ ਦਾ, ਸੁਣਨੇ ਆ, ਸੁਣਾਉਂਦੇ ਆ, ਜੀਵਨ ਜਮੀ ਨਹੀਂ ਬਦਲਦਾ। ਸਤਿਗੁਰ ਕਹਿੰਦੇ ਆ ਨਹੀਂ ਫਿਰ ਵਿਛੜ ਚੋਟਾਂ ਖਾਏ। ਉਹਨਾਂ ਨੂੰ ਸਮਝ ਨਹੀਂ ਪੈਂਦੀ ਹੈ ਕੀ ਪਰਮੇਸ਼ਰ। ਉਹਦੇ ਬਾਰੇ ਗਿਆਨ ਹੋ ਜਾਣਾ ਹੀ ਉਹਨੂੰ ਪਾਉਣਾ ਹੈ, ਉਹਨੂੰ ਜਾਣ ਲੈਣਾ ਹੀ ਪਾਉਣਾ ਹੈ। ਫਿਰ ਜਿਹੜੇ ਫਿਰ ਮਨਮੁਖ ਨੇ ਪਿੱਛੇ ਤੁਰਦੇ ਆ, ਉਹ ਕਹਿੰਦੇ ਫਿਰ ਸੱਪ ਵਰਗਾ ਜੀਵਨ, ਉਮਰ ਹੁੰਦੀ ਆ ਲੰਮੀ, ਪਰ ਆਪਣੀ ਜ਼ਹਿਰ 'ਚ, ਆਪਣੀ ਅੱਗ 'ਚ ਉਹ ਆਪੇ ਮੱਚੀ ਜਾਂਦੇ ਨੇ। ਨਵ ਖੰਡਨ ਕੋ ਰਾਜ ਕਮਾਵੇ, ਅੰਤ ਚਲੇ ਗੋ ਹਾਰੀ। ਸਾਡਾ ਤਾਂ ਇੱਕ ਪਿੰਡ 'ਚ, ਜ਼ਿਲ੍ਹੇ 'ਚ ਇੱਕ ਦੇਸ਼ 'ਤੇ ਰਾਜ ਹੋਊਗਾ, ਦੋ ਜ਼ਿਲ੍ਹਿਆਂ 'ਤੇ ਰਾਜ ਹੋ ਸਕਦਾ, ਸਾਰੇ ਦੇਸ਼ 'ਤੇ ਰਾਜ ਹੋ ਜੂ ਮੰਨ ਲਓ।
महाराज कहते आ नव खंडन को, 9 खंडा जानी, 9 खंडा जानी नाल चले सब कोए। फिर चंगा नाव रखाए के जस कीर्त जग ले, जे तिस नदर ना आवी तो बात ना पूछे कि आप पृथ्वी दे सृष्टि दे 9 खंड ने। सारी सृष्टि पृथ्वी जिहड़ी आ, सारी सृष्टि ते बंदे दा राज हो जाए पृथ्वी ते, तां भी वो जे नाम नहीं ना जपदा, बुद्धि निर्मल नहीं, सोच निर्मल नहीं, कि किसे ने बात नहीं पूछनी, भाव सत्कार नहीं जे मिलना। नव खंडन को राज कमावे, अंत चले गोहारी, तां भी वो मिली हुई जीवन की बाजी नूं जित के जाऊगा। वो कहते मन्ने नाओ सुई जिण जाए, बेशक बंदा कखां दी कुल्ली च रहिंदा है, जिहड़ा उहदी रजा च रहना मन गया, सुई जिण जाए, वो जित के जाऊ जीवन की बाजी नूं। नहीं फिर और ही कर्म ना लेखे लाए, होर होर कर्म जिहड़े ने किसे लेखे च। यही नहीं फिर कखां दी कुल्ली वाली तरदा बंदा महल च रह के भी। राजा जनक बेअंत बड़े होए है जी, जिहड़े गुरमुख माया विच उदासी रहे ने, उपराम रहे ने, रब नाल जुड़ के रहे ने, महलों च रहिंदे होए भी, कि कखां दी कुल्लियां च रहिंदे भी जुड़दे। बस एक जुड़न का तरीका है। महाराज कहते मनमुख बंदे नूं सोझी नहीं पैंदी ने। फिर मिली हुई जीवन की बाजी, 9 खंडां च राज करके भी बंदा अंत चले गोहारी, मिली हुई जीवन की बाजी नूं हार के जाऊगा। वो वाहिगुरू नूं भुल के देह नूं ही आत्मा मन्नी बैठे ने। वो नाम तो परमात्मा तो विछड़ के जमां दियां विकारां दियां, जम्मण मरण दियां चोटां खांदे ने, मार पैंदी है जी उन्हां नूं। लास्ट पंक्ति महाराज कहते आ, नानक दर घर एक है अवर ना दूजी जाए। वो परमात्मा का ज्ञान रूप दर ते सतसंगत रूपी घर एक ही है। आ जिथे बहने ना पर हो जाके ये समझो उसी रब के चरणों च बहने, रब का दर है, ये सचखंड है। कहो कि वीर अब कहिए काहे साध संगत बैकुंठे आए। तुरपे ना जो भी क्यों नहीं कहते आ सतसंगत ही सचखंड आ सतसंगत ही। रोज़ पढ़ते सुनने आ मेरे माधो जी सतसंगत मिले सो बोल क्या करो, सतसंगत मिले सो जागते रहा करो, सुस्ती ना पाया करो, सतर्क रहिए। सतर्क रह के ना सावधान होके सुनांगे महाराज की बाणी, समझ आऊ। जे आलस जी नींद जी आउण लग गई बस गल नहीं बनती। बाणी दे विचों ही जवाब लिया करो, जुड़िया करो अर्थां दे नाल के प्रभ की उस्तत करो संत मीत सावधान एकाग्र चित। सावधान हो के आ रब की उस्तत करनी पैंदी है। हुण जे सावधान असीं राम भालण लग गए, नींद आउण लग गई, आलस पैण लग गई, फिर नहीं समझ आउणी गल महाराज जी। सावधान होके आ सत संगत ही सचखंड है। साध संगत दे घर ते सचखंड एक ही है। आ जिथे बहने आ रोज आके उस परमात्मा का दर ज्ञान ते घर स्वरूप एक ही है। इंद्रियां रूपी दर ते शरीर रूपी घर विच वाहिगुरू एक ही परमात्मा व्यापक है, अंदर वो बस रहा। वो तो बिना होर कोई दूजी जगह नहीं, वो हर थां व्यापक है। ऐसी कोई जगह नहीं जिथे रब ना हो। बस वो साडे चेते चों निकल जाता। रहे वो अचेत ना चेते हो गोविंद बिरथा औद सरानी। इत्थे समझ लिया भी रब गुरु इत्थे आ। बाहर जो माड़ियां थावां माड़ियां जगह ते हुन्ने आपां माड़े कर्मां च, उदों वो अखां नहीं बंद करता कि न्याणे ने खेड लैण दे। उपदेश की हमारा तो रोज़ पढ़ने सुनने कि सब सिखन को हुक्म है गुरु मान्यो, गुरु ग्रंथ जी मान्यो प्रगट गुरां की। महाराज नूं प्रगट मनना सिखा, हर थां हर जगह हर टाइम उन्होंने प्रगट मनना। पर मैं तो कला गुरुद्वारी मंगा भी इत्थे ही रहिंदा। जिहड़ा आ तल ते जिउंदा ना बंदा, जिहड़े भी मर्जी धर्म का कि मेरा
गुरु मुरशद ईश्वर भगवान मंदिर रहिंदा, मस्जिद रहिंदा, मसीत च रहिंदा, चर्च च रहिंदा, गुरुद्वारे रहिंदा, वो धर्म तो दूर आ, बड़ी दूर आ। बाणी कह रही है कि गुरु मेरे संग सदा है नाले, तो हर टाइम नाल। इस तल ते जाइए फिर माड़ा कर्म होने ही नहीं, कराही आपां पैनी ही नहीं, फिर कर्म निर्मल हो जाणगे, किसी तो कुछ नहीं लेना। वो हर थां व्यापक है, इसलिए उहदी शरणी पै के वाहिगुरू नाल प्यार करिए भाई, फिर वो परमात्मा अपने स्वरूप विच सानू मिला लेगा। जदों आ धारा ते जिउण लग गए, जिन्होंने बंदे चों बंदा नहीं दिख रहा, सके भाई चों परमात्मा दे दीदार नहीं हुंदे, माँ प्यो दे विचों रब नहीं दींदा, काहदा बंदा जो गल बनदा जुल्म करदा मजलूमां ते, वो काहदा धर्मी है। हर एक दे विचों रब नूं वेखण दा नज़रिया बनाइए। आह संसार जिहड़ा ना, यो विस संसार तुम देखदे और का रूप है, हर रूप नदरी आया। महाराज कहते आ जिहड़ा संसार तैनूं जहर लगदा ना, कौड़ा लगदा, कड़त्तण लगदी है, संसार भी बड़ा कौड़ा जी, बड़ी माड़ी आ दुनिया, आपां भी तो उसे दुनिया च रहने आ। जिन्ना भी संसार है सजना, ये सारी रब दा रूप है। विस कहिए जहर है, जिहड़ा जहर लगदा है वो हर का रूप है, ये हरि दा रूप है, हर रूप नदरी आया। रब नूं हर एक दे विचों वेखण दा नज़रिया बनाइए, रब रब करिए भाई। हर एक बंदे ने आपो अपने कर्म भोगने ने, आपो अपने कर्म निर्मल बनाइए, गुरु वाले बनिए, गुरु का ज्ञान हिरदे वसाइए। आओ होइयां भुलां तो खिमा, मालक किरपा करे सब दियां बेनतियां प्रवान करे जी। थोड़ा पहला पहुँचने की कोशिश करिया करो। कल नूं अरदास 5:30 बजे होएगी, अज 35 हो गए, 5 मिनट पहला अरदास करनी है कल। संगतां नूं बेनती है कि समय सिर पहुँचने की कोशिश करिया करो। समा बड़ी रफ्तार नाल गुजर रहा, बड़ा छेती दिन चढ़ जाता है। 10 मिनट पहला स्टार्ट हो जाओ, पहला उठ लो। काम धंधे भी ने घरां दे, बड़ा कुछ होंदे, बच्चे स्कूल जाते हैं, बड़ियां जिम्मेवारी ने, फिर विच दी उठ के संगत जाण लग पैंदी है। कई बैठे रह के जाण लग जाते हैं, सब ने चलो काम धंधे करने होंदे, इस करके समय सिर पहुँचने की कोशिश करा करो संगत जी। आओ होइयां भुलां तो खिमा रल मिल करके महाराज दे चरणां 'च अरदास बेनती करिए भाई। श्लोक पवन गुरु पाणी पिता, दिवस रात दोए दाई दाया, चंगियाइयां बुराइयां करमी आपो अपनी, जिनी नाम ते आया नानक ते मुख उजले, जिनी नाम ते आया नानक ते मुख उजले। वाहिगुरू जी का खालसा, वाहिगुरू जी की फतेह।